रुक करांगे अगली खबर ਦਾ। ਦਿੱਲੀ ਦੇ ਬਾਰਡਰਾਂ ਤੇ ਕਿਸਾਨੀ ਅੰਦੋਲਨ ਨੂੰ ਕਰੀਬ 3.5 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ, ਪਰ ਬਾਵਜੂਦ ਇਸ ਤੇ ਕਿਸਾਨਾਂ ਤੇ ਕੇਂਦਰ ਵਿਚਾਲੇ ਰੇੜਕਾ ਬਰਕਰਾਰ ਹੈ। ਉੱਥੇ ਕਿਸਾਨ ਇੱਕੋ ਮੰਗ ਕਰ ਰਹੇ ਨੇ ਕਿ 3 ਖੇਤੀ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਨੇ ਅਤੇ ਫਸਲ ਦੀ MSP ਦੀ ਗਾਰੰਟੀ ਦਿੱਤੀ ਜਾਵੇ, ਪਰ ਕੇਂਦਰ ਸਰਕਾਰ ਇਹਨਾਂ ਦੇ ਵਿੱਚ ਸੋਧ ਕਰਨ ਦੀ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਨੇ ਤੇ ਲਗਾਤਾਰ ਸੰਯੁਕਤ ਕਿਸਾਨ ਦੇ ਮੋਰਚੇ ਦੇ ਆਗੂ ਪੱਛਮੀ ਬੰਗਾਲ ਦੇ ਵਿੱਚ ਮਹਾਪੰਚਾਇਤਾਂ ਕਰਦੇ ਵੀ ਨਜ਼ਰ ਆ ਰਹੇ ਨੇ। ਸੋ ਦੱਸ ਦਈਏ ਕਿ ਨਾਲ ਹੀ ਖੇਤੀ ਕਾਨੂੰਨਾਂ ਦਾ ਜਿਹੜਾ ਲਗਾਤਾਰ ਵਿਰੋਧ ਹੈ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ, ਉਸ ਦੇ ਮੱਦੇਨਜ਼ਰ 5 ਰਾਜਾਂ ਦੇ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਨੇ, ਜਿੱਥੇ ਪੱਛਮੀ ਬੰਗਾਲ ਦੇ ਵਿੱਚ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਹੁੰਚੇ ਹੋਏ ਨੇ ਤੇ ਮਹਾਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਹੀ ਉਹਨਾਂ ਦੇ ਵੱਲੋਂ ਭਾਜਪਾ ਉਮੀਦਵਾਰਾਂ ਨੂੰ ਵੋਟ ਨਾ ਪਾਉਣ ਦੀ ਵੀ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ। ਤੇ ਉੱਥੇ ਹੀ ਹੁਣ ਜਿਹੜੇ ਕਿਸਾਨ ਨੇ ਉਹ ਲਗਾਤਾਰ ਇਸ ਅੰਦੋਲਨ ਦੇ ਵਿੱਚ ਸਰਗਰਮ ਦਿਖਾਈ ਦੇ ਰਹੇ ਨੇ ਤੇ ਲਗਾਤਾਰ ਵੱਖ-ਵੱਖ ਤਰ੍ਹਾਂ ਦੀਆਂ ਰਣਨੀਤੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਉਹ ਬਣਾਈਆਂ ਜਾ ਰਹੀਆਂ ਨੇ, ਉਹ ਲਿਖੀਆਂ ਜਾ ਰਹੀਆਂ ਨੇ। ਸੋ ਦੱਸ ਦਈਏ ਕਿ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ, ਉਸ ਦੇ ਤਹਿਤ ਹੁਣ ਜੋ 5 ਰਾਜਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਉਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪੱਛਮੀ ਬੰਗਾਲ ਦੇ ਵਿੱਚ ਮਹਾਪੰਚਾਇਤਾਂ ਕਰਦੇ ਵੀ ਨਜ਼ਰ ਆਏ ਤੇ ਲਗਾਤਾਰ ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਭਾਜਪਾ ਉਮੀਦਵਾਰਾਂ ਨੂੰ ਵੋਟ ਨਾ ਪਾਉਣ। ਸੋ ਦੱਸ ਦਈਏ ਕਿ 3 ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਉੱਥੇ ਹੀ ਕਿਸਾਨ ਨੇ ਜਿਹੜੇ ਉਹ ਵੱਖ-ਵੱਖ ਰਾਜਾਂ ਤੋਂ ਦਿੱਲੀ ਵੱਲ ਨੂੰ ਵੀ ਕੂਚ ਕਰਦੇ ਹੋਏ ਨਜ਼ਰ ਆ ਰਹੇ ਨੇ, ਜਿਸ ਦੇ ਤਹਿਤ ਹੁਣ ਕਿਸਾਨ ਲਗਾਤਾਰ ਇੱਕੋ ਮੰਗ ਤੇ ਡਟੇ ਹੋਏ ਨੇ ਕਿ 3 ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਤੇ MSP ਦੀ ਗਾਰੰਟੀ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ। ਪਰ ਬਾਵਜੂਦ ਇਸ ਦੇ ਕਿ ਸਰਕਾਰ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੀ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ, ਜਿਸ ਦੇ ਵਿਰੋਧ ਦੇ ਵਿੱਚ ਕਿਸਾਨ ਲਗਾਤਾਰ ਵੱਖ-ਵੱਖ ਤਰ੍ਹਾਂ ਦੀਆਂ ਰਣਨੀਤੀਆਂ ਤਿਆਰ ਕਰਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪੱਛਮੀ ਬੰਗਾਲ ਦੇ ਵਿੱਚ ਪਹੁੰਚੇ ਹੋਏ ਨੇ। ਇਸ ਦੇ ਨਾਲ ਹੀ ਸਾਡੇ ਪੱਤਰਕਾਰ ਮੋਗਾ ਤੋਂ ਸੂਰਜ ਮਿੱਤਲ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਸੂਰਜ, ਜਿਸ ਤਰ੍ਹਾਂ ਕਿਸਾਨੀ ਅੰਦੋਲਨ ਲਗਾਤਾਰ ਸਰਗਰਮ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਜੋ ਰਣਨੀਤੀਆਂ ਬਣਾਈਆਂ ਗਈਆਂ ਸੀ ਉਸ ਨੂੰ ਹੁਣ ਅਮਲ ਦੇ ਵਿੱਚ ਲਿਆਂਦਾ ਜਾ ਰਿਹਾ ਤੇ ਇਸ ਦੇ ਮੱਦੇਨਜ਼ਰ ਜਿਹੜਾ ਸੰਘਰਸ਼ ਹੈ ਅੱਗੇ ਚੱਲਦਾ ਹੋਇਆ ਨਜ਼ਰ ਆ ਰਿਹਾ। ਬਿਲਕੁਲ ਜਿਹੜਾ ਹੈਗਾ ਉਹ ਕਿਸਾਨਾਂ ਵੱਲੋਂ ਮੋਰਚਾ ਖੋਲ੍ਹਿਆ ਗਿਆ ਹੈਗਾ ਵਾ ਬਿੱਲਾਂ ਨੂੰ ਰੱਦ ਕਰਵਾਉਣ ਲਈ। ਪਿਛਲੇ ਲੰਮੇ ਸਮੇਂ ਤੋਂ ਗੱਲ ਕਰੀਏ, ਪਿਛਲੇ ਸਾਲ ਤੋਂ ਹੀ ਇਹ ਅੰਦੋਲਨ ਚੱਲ ਰਿਹਾ ਹੈਗਾ ਵਾ ਔਰ ਹੁਣ ਜਿਹੜਾ ਹੈਗਾ ਵਾ ਸਰਕਾਰ ਦੇ ਨਾਸੀ ਧੂੰਆਂ ਕਰਨ ਲਈ ਕਿਸਾਨਾਂ ਵੱਲੋਂ ਮਹਾਪੰਚਾਇਤਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ, ਕਿਉਂਕਿ 5 ਰਾਜਾਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਹੈਗੀਆਂ। ਇਸ ਕਰਕੇ ਕੇਂਦਰ ਦੀ ਸਰਕਾਰ ਨੂੰ ਉੱਥੋਂ ਲੋਕਾਂ ਦੇ ਦਿਲਾਂ ਦੇ ਵਿੱਚ ਉਹਨਾਂ ਪ੍ਰਤੀ ਦੱਸਣ ਲਈ ਵੀ ਕੇਂਦਰ ਸਰਕਾਰ ਕਿਸ ਤਰ੍ਹਾਂ ਵਤੀਰਾ ਕਰ ਰਹੀ ਹੈਗੀ ਕਿਸਾਨਾਂ ਦੇ ਨਾਲ। ਜਿਹੜਾ ਇੱਕ ਕਿਸਾਨ ਜ਼ਮੀਨੀ ਉਪਜਾਊ ਜਿਹੜਾ ਖੇਤੀ ਦੇ ਉੱਤੇ ਹੈਗਾ ਵਾ, ਖੇਤੀ ਕਰਕੇ ਲੋਕਾਂ ਦਾ ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਕਿਸਾਨ ਅੱਜ ਉਹ ਜਿਹੜਾ ਹੈਗਾ ਵਾ ਖਰਾਬ ਹੋ ਰਿਹਾ, ਖੱਜਲ ਹੋ ਰਿਹਾ ਕੇਂਦਰ ਸਰਕਾਰ ਦੀ ਨੀਤੀ ਕੇ। ਕਿਉਂਕਿ ਜਿਹੜੇ ਕੇਂਦਰ ਸਰਕਾਰ ਵੱਲੋਂ ਬਿੱਲ ਪਾਸ ਕੀਤੇ ਗਏ ਉਹਨਾਂ ਦੀ ਕਿਸਾਨਾਂ ਵੱਲੋਂ ਕੋਈ ਮੰਗ ਨਹੀਂ ਕੀਤੀ ਗਈ ਸੀ, ਕੇਂਦਰ ਸਰਕਾਰ ਵੱਲੋਂ ਉਹਨਾਂ ਦੇ ਉੱਤੇ ਬਿੱਲ ਥੋਪੇ ਜਾ ਰਹੇ ਹੈਗੇ ਆ। ਇਸੇ ਗੱਲਾਂ ਨੂੰ ਲੈ ਕੇ ਜਿਹੜਾ ਹੈਗਾ ਵਾ ਮਹਾਪੰਚਾਇਤਾਂ ਹੋਣ ਲੱਗ ਗਈਆਂ ਲੋਕਾਂ ਨੂੰ ਅਵੇਅਰ ਕਰਨ ਲਈ, ਲੋਕਾਂ ਨੂੰ ਆਪਦੇ ਨਾਲ ਜੋੜਨ ਲਈ ਔਰ ਇਸ ਬਿੱਲਾਂ ਦੇ ਜਿਹੜੇ ਹੈਗੇ ਆ ਹੋਣ ਵਾਲੇ ਭਵਿੱਖ ਨੁਕਸਾਨ ਵਾਸਤੇ ਉਹਨਾਂ ਨੂੰ ਦੱਸਣ ਲਈ ਵੀ ਕਿਸ ਤਰ੍ਹਾਂ ਜਿਹੜੀ ਅੱਜ ਉਹ ਚੀਜ਼ 20 ਰੁਪਏ ਦੀ ਲੈ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਬਿੱਲ ਕਿਸਾਨ ਦੇ ਉੱਤੇ ਲਾਗੂ ਕਰ ਦਿੱਤੇ ਜਾਂਦੇ ਹੈਗੇ ਤੇ ਇਸ ਦਾ ਅਸਰ ਜਿਹੜਾ ਹੈਗਾ ਵਾ ਸਾਰਾ ਆਮ ਜਨਤਾ ਤੇ ਵੀ ਦਿਖੇਗਾ, ਕਿਉਂਕਿ ਉਹਨਾਂ ਨੇ ਹਰ ਚੀਜ਼ ਬਾਜ਼ਾਰੋਂ ਮੁੱਲ ਲੈ ਕੇ ਖਾਣੀ ਹੁੰਦੀ ਹੈ। ਕਿਸਾਨ ਤਾਂ ਆਪਦੀ ਜਿਹੜੀ ਹੈਗੀ ਹੈ ਖੇਤੀ ਕਰਕੇ ਆਪਦੇ ਖਾਣ ਜੋਗੀ ਜਿਹੜੀ ਕਣਕ ਰੱਖ ਲਵੇਗਾ, ਉਹਨਾਂ ਦਾ ਇਹੀ ਕਹਿਣਾ ਹੈ। ਕੁਛ ਸਾਡੇ ਕਿਸਾਨਾਂ ਨਾਲ ਵੀ ਗੱਲ ਹੋਈ ਹੈ, ਪਰ ਜਿਹੜੇ ਆਮ ਲੋਕ ਹੈਗੇ ਆ, ਜਿਹੜੇ ਵੱਡੇ ਸ਼ਹਿਰਾਂ ਦੀ ਗੱਲ ਕਰ ਲਈਏ ਜਾਂ ਹੋਰ ਗੱਲਾਂ ਕਰ ਲਈਏ ਕਿਸੇ ਸ਼ਹਿਰ ਦੀਆਂ, ਉੱਥੋਂ ਦੇ ਜਿਹੜੇ ਲੋਕਾਂ ਨੂੰ ਜਿਹੜੀ ਚੀਜ਼ ਸਾਰੀ ਮੁੱਲ ਲੈ ਕੇ ਹੀ ਖਾਣੀ ਪੈਂਦੀ ਹੈ। ਸੋ ਇਸ ਦਾ ਅਸਰ ਜਿਹੜਾ ਹੈਗਾ ਵਾ ਉਹਨਾਂ ਤੇ ਹੀ ਪਵੇਗਾ, ਕਿਉਂਕਿ ਵੱਡੇ ਘਰਾਣਿਆਂ ਦੇ ਆਉਣ ਤੋਂ ਬਾਅਦ ਉਹਨਾਂ ਨੇ ਸਾਰੀ ਜਿਹੜੀ ਖਰੀਦ ਕਰਕੇ ਜਿਹੜੀ ਹੈਗੀ ਮਾਲ ਨੂੰ ਸਾਰੇ ਨੂੰ ਅਨਾਜ ਨੂੰ ਸਟੋਰ ਕਰਨਾ, ਸਟੋਰ ਕਰਨ ਤੋਂ ਬਾਅਦ ਆਪਦੇ ਮਨ ਮਰਜ਼ੀ ਦੇ ਭਾਵਾਂ ਦੇ ਨਾਲ ਜਿਹੜਾ ਹੈਗਾ ਵਾ ਮਾਰਕੀਟ ਦੇ ਵਿੱਚ ਵੇਚਣਾ ਸ਼ੁਰੂ ਕਰ ਦੇਣਾ ਹੈ ਔਰ ਇਹਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਨੂੰ ਦਿਖ ਸਕਦਾ ਹੈ। ਜਿਸ ਕਰਕੇ ਉਹ ਆਪਦੀ ਲੜਾਈ ਸਮਝਦੇ ਹੋਏ ਜਿਹੜੇ ਲੋਕਾਂ ਦੇ ਹਿੱਤਾਂ ਦੇ ਵਿੱਚ ਇਸ ਲੜਾਈ ਨੂੰ
ਲੜ ਰਹੇ ਹੈਗੇ ਆ ਔਰ ਇੰਨਾ ਲੰਮਾ ਸੰਘਰਸ਼ ਜਿਹੜਾ ਉਹਨਾਂ ਵੱਲੋਂ ਵਿੱਢਿਆ ਗਿਆ ਹੈਗਾ ਵਾ, ਇਹ ਸਿਰਫ ਖੇਤੀ ਦੇ ਬਿੱਲਾਂ ਨੂੰ ਜਿਹੜੇ ਪਾਸ ਕੀਤੇ ਗਏ ਆ ਉਹਨਾਂ ਨੂੰ ਰੱਦ ਕਰਵਾਉਣ ਲਈ ਉਹਨਾਂ ਦਾ ਹੋਰ ਕੋਈ ਮੰਤਵ ਨਹੀਂ ਹੈਗਾ। ਨਾ ਹੀ ਸਰਕਾਰ ਦੇ ਉੱਤੇ ਕੋਈ ਅਜਿਹਾ ਦਬਾਅ ਬਣਾਉਣ ਦੀ ਗੱਲ ਹੈਗੀ ਆ, ਨਾ ਹੀ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਮੰਸ਼ਾ ਹੈਗੀ ਆ। ਸਿਰਫ ਖੇਤੀ ਦੇ ਬਿੱਲ ਜਿਹੜੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਹੈ, ਜੇ ਕੇਂਦਰ ਸਰਕਾਰ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ ਬਿੱਲਾਂ ਨੂੰ ਰੱਦ ਕਰ ਦਿੰਦੇ ਹੈਗੇ ਆ ਤੇ ਉਹ ਆਪਦਾ ਧਰਨਾ ਉਸੇ ਟਾਈਮ ਲਈ ਇੱਥੋਂ ਸਮਾਪਤ ਕਰ ਲੈਣਗੇ। ਉਹਨਾਂ ਨੇ ਇਹ ਵੀ ਐਲਾਨ ਕੀਤਾ ਹੋਇਆ, ਪਰ ਕੇਂਦਰ ਦੀ ਸਰਕਾਰ ਇਸ ਪਾਸੇ ਹੁਣ ਬਿਲਕੁਲ ਧਿਆਨ ਨਹੀਂ ਦੇ ਰਹੀ, ਕਿਉਂਕਿ 26 ਜਨਵਰੀ ਤੋਂ ਬਾਅਦ ਤਾਂ ਬਿਲਕੁਲ ਕੇਂਦਰ ਸਰਕਾਰ ਨੇ ਧਿਆਨ ਦੇਣਾ ਖਤਮ ਕਰ ਦਿੱਤਾ ਹੈਗਾ ਵਾ। ਉਸ ਤੋਂ ਪਹਿਲਾਂ ਤਾਂ ਮੀਟਿੰਗਾਂ ਦਾ ਦੌਰ ਵੀ ਚੱਲ ਰਿਹਾ ਸੀਗਾ, ਕਿਸਾਨਾਂ ਨਾਲ ਗੱਲਬਾਤ ਵੀ ਹੋ ਰਹੀ ਸੀਗੀ, ਪਰ ਕਿਸਾਨਾਂ ਦੀ ਉਸ ਮੀਟਿੰਗਾਂ ਦੇ ਵਿੱਚ ਵੀ ਇੱਕੋ ਮੰਗ ਹੁੰਦੀ ਸੀਗੀ ਵੀ ਖੇਤੀ ਦੇ ਬਿੱਲ ਤੁਸੀਂ ਜਿਹੜੇ ਪਾਸ ਕੀਤੇ ਹੈਗੇ ਇਹਨਾਂ ਨੂੰ ਰੱਦ ਕਰ ਦਿਓ, ਹੋਰ ਸਾਡੀ ਕੋਈ ਮੰਗ ਨਹੀਂ ਹੈਗੀ। ਪਰ ਕੇਂਦਰ ਸਰਕਾਰ ਇਸ ਗੱਲ ਤੇ ਹੀ ਅੜੀ ਹੋਈ ਹੈ, ਅਸੀਂ ਬਿੱਲਾਂ ਨੂੰ ਰੱਦ ਨਹੀਂ ਕਰਾਂਗੇ। ਸੋ ਇਸ ਕਰਕੇ ਜਿਹੜਾ ਕਿਸਾਨਾਂ ਦਾ ਸੰਘਰਸ਼ ਲੰਮਾ ਖਿੱਚਿਆ ਗਿਆ ਹੈਗਾ ਵਾ ਔਰ ਤਕਰੀਬਨ 5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਕਿਸਾਨਾਂ ਨੂੰ ਸੰਘਰਸ਼ ਕਰਦੇ ਹੋਏ, ਔਰ ਦਿੱਲੀ ਬਾਰਡਰਾਂ ਤੇ ਬੈਠੇ ਵੀ ਉਹਨਾਂ ਨੂੰ 3 ਮਹੀਨੇ ਦਾ ਸਮਾਂ ਹੋ ਚੁੱਕਿਆ। ਪੂਰੀ ਸਰਦੀ ਉਹਨਾਂ ਨੇ ਸਾਰੀ ਬਾਰਡਰਾਂ ਤੇ ਲਗਾ ਦਿੱਤੀ ਔਰ ਹੁਣ ਵੀ ਜਿਹੜੇ ਪਿੰਡਾਂ ਦੇ ਵਿੱਚੋਂ ਜਿਹੜੇ ਮਤੇ ਪਾਏ ਗਏ ਸੀ ਉਸ ਮਤਿਆਂ ਦੇ ਅਨੁਸਾਰ ਕਿਸਾਨ ਲਗਾਤਾਰ ਦਿੱਲੀ ਵੱਲ ਕੂਚ ਕਰ ਰਹੇ ਹੈ। ਭਾਵੇਂ ਜਿਹੜਾ ਹੈਗਾ ਵਾ ਮੀਡੀਆ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਦੀਆਂ ਖਬਰਾਂ ਆਉਣੀਆਂ ਘੱਟ ਹੋ ਗਈਆਂ ਵਾ ਔਰ ਲੋਕਾਂ ਦੇ ਵਿੱਚ ਕੁਝ ਚਰਚਾ ਵੀ ਸੁਣਨ ਨੂੰ ਮਿਲਦੀ ਹੈਗੀ ਆ ਵੀ ਖਬਰਾਂ ਹੁਣ ਕਿਸਾਨਾਂ ਦੀਆਂ ਜਿਹੜੀਆਂ ਨਹੀਂ ਆ ਰਹੀਆਂ, ਪਤਾ ਨਹੀਂ ਸ਼ਾਇਦ ਉੱਥੇ ਅੰਦੋਲਨ ਖਤਮ ਹੋ ਗਿਆ ਜਾਂ ਕੇਂਦਰ ਸਰਕਾਰ ਵੱਲੋਂ ਕੁਝ ਉਹਨਾਂ ਦੇ ਉੱਤੇ ਦਬਾਅ ਬਣਾ ਕੇ ਉਹਨਾਂ ਨੂੰ ਤੋੜ ਦਿੱਤਾ ਗਿਆ। ਪਰ ਅਜਿਹਾ ਕਿਸਾਨਾਂ ਦੇ ਆਗੂਆਂ ਵੱਲੋਂ ਕਹਿਣਾ ਹੈਗਾ ਵੀ ਅਜਿਹੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਹੁਣ ਕੇਂਦਰ ਸਰਕਾਰ ਸੋਸ਼ਲ ਮੀਡੀਆ ਤੇ ਵੀ ਜਿਹੜਾ ਹੈਗਾ ਵਾ ਆਪਣਾ ਸਕੰਜਾ ਕੱਸਦੀ ਜਾ ਰਹੀ ਹੈਗੀ ਆ। ਸੋਸ਼ਲ ਮੀਡੀਆ ਤੇ ਜਿਹੜਾ ਕਿਸਾਨਾਂ ਦਾ ਕਾਫੀ ਪ੍ਰਚਾਰ ਹੋ ਰਿਹਾ ਸੀਗਾ, ਕਿਉਂਕਿ ਉੱਥੇ ਜਿਹੜੇ ਬਾਰਡਰਾਂ ਤੇ ਬੈਠੇ ਸੀਗੇ ਆਗੂ ਜਿਹੜੇ ਬੈਠੇ ਸੀਗੇ, ਨੌਜਵਾਨ ਜਿਹੜੇ ਉੱਤੇ ਬੈਠੇ ਸੀਗੇ, ਉਹ ਰੋਜ਼ਾਨਾ ਦੀ ਜਿਹੜੀ ਹੈਗੀ ਗਤੀਵਿਧੀ ਉੱਤੇ ਸੋਸ਼ਲ ਮੀਡੀਆ ਤੇ ਜਿਹੜੀ ਹੈਗੀ ਪਾ ਕੇ ਸ਼ੇਅਰ ਕਰਦੇ ਸੀ ਔਰ ਉਹ ਫੈਲਦੇ ਹੀ ਫੈਲਦੇ ਜਿਹੜੀ ਹੈਗੀ ਪੂਰੀ ਦੁਨੀਆ ਫੈਲ ਜਾਂਦੀ ਸੀ, ਪੂਰੇ ਮੁਲਕਾਂ 'ਚ ਚਲੀ ਜਾਂਦੀ ਸੀਗੀ। ਪਰ ਹੁਣ ਜਿਹੜਾ ਹੈਗਾ ਵਾ ਕੁਝ ਹੱਦ ਤੱਕ ਸੋਸ਼ਲ ਮੀਡੀਆ ਤੇ ਵੀ ਖਬਰਾਂ ਕੱਢੀਆਂ ਔਰ ਜਿਹੜੇ ਹੈਗੇ ਆ ਚੈਨਲਾਂ ਤੇ ਵੀ ਕੁਝ ਖਬਰਾਂ ਕੱਢੀਆਂ ਹੋਈਆਂ, ਪਰ ANP ਲਗਾਤਾਰ ਜਿਹੜਾ ਹੈਗਾ ਵਾ ਕਿਸਾਨਾਂ ਦੇ ਨਾਲ ਖੜਾ ਔਰ ਉਹਨਾਂ ਦੀਆਂ ਖਬਰਾਂ ਨਸ਼ਰ ਕਰਦਾ ਆ ਰਿਹਾ ਹੈਗਾ ਵਾ। ਪਰ ਕੇਂਦਰ ਸਰਕਾਰ ਜਿਹੜੀ ਹੈਗੀ ਆ ਆਪਣੇ ਜਿਹੜੇ ਹੈਗੇ ਆ ਵਾਅਦੇ ਤੋਂ ਜਿਹੜੇ ਆਪਣੀ ਗਲਤੀ ਕਰ ਚੁੱਕੇ ਹੈਗੇ ਆ ਵੀ ਬਿੱਲ ਅਸੀਂ ਪਾਸ ਕਰਦੇ ਆ, ਉਹਨਾਂ ਤੋਂ ਵਾਪਸ ਲੈਣ ਨੂੰ ਤਿਆਰ ਨਹੀਂ ਹੈਗੀ। ਦੇ ਵਿੱਚ ਜਾਗਰੂਕਤਾ ਰੈਲੀਆਂ ਅਜੇ ਵੀ ਕੱਢੀਆਂ ਜਾ ਰਹੀਆਂ ਨੇ ਤਾਂ ਜੋ ਜਿਹੜੇ ਕਿਸਾਨ ਨੇ ਉਹਨਾਂ ਨੂੰ ਦਿੱਲੀ ਬਾਰਡਰਾਂ ਦੇ ਲਈ ਜਾਣ ਵਾਸਤੇ ਪ੍ਰੇਰਿਤ ਕੀਤਾ ਜਾਵੇ ਤੇ ਨੌਜਵਾਨਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ, ਤਾਂ ਜੋ ਜਿਹੜੇ ਕਿਸਾਨ ਨੇ ਉਹਨਾਂ ਦਾ ਆਉਣ ਜਾਣ ਬਾਰਡਰਾਂ ਤੇ ਲੱਗਿਆ ਰਹੇ, ਤਾਂ ਜੋ ਉੱਥੇ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਦੇਖੋ, ਜਾਗਰੂਕ ਰੈਲੀਆਂ ਦੀ ਆਪਾਂ ਗੱਲ ਕਰ ਲਈਏ ਤੇ ਹੁਣ ਅੱਜ ਜਿਹੜਾ ਪੰਜਾਬ ਜਾਂ ਹਰਿਆਣਾ ਜਾਂ ਆਪਾਂ ਹੋਰ ਵੀ ਕਿਸੇ ਵੀ ਸਟੇਟ ਦੀ ਗੱਲ ਕਰ ਲਈਏ, ਹੁਣ ਜਿਹੜਾ ਹੈਗਾ ਵਾ ਜੇ ਪੰਜਾਬ ਹਰਿਆਣਾ ਦੀ ਗੱਲ ਕਰੀਏ, ਇੱਥੇ ਬੱਚਾ ਜਾਗਰੂਕ ਹੋ ਚੁੱਕਾ ਹੈਗਾ ਵਾ ਖੇਤੀ ਬਿੱਲਾਂ ਨੂੰ ਲੈ ਕੇ ਔਰ ਇਹ ਸਮਝਦਾ ਹੈਗਾ ਵਾ ਉਹਨਾਂ ਨੂੰ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਡਿਊਟੀਆਂ ਬੰਨੀਆਂ ਗਈਆਂ ਵੀ ਹਰ ਘਰ ਦੇ ਵਿੱਚੋਂ ਇੱਕ ਬੰਦੇ ਨੇ ਜਿਹੜੀ ਹੈਗੀ ਦਿੱਲੀ ਬਾਰਡਰ ਦੇ ਵੱਲ ਜਿਹੜਾ ਹੈਗਾ ਵਾ ਇੱਥੋਂ ਜੱਥਾ ਰਵਾਨਾ ਹੋਏਗਾ, ਉਹਦੇ ਵਿੱਚ ਉਹਦੀ 10 ਦਿਨਾਂ ਦੀ ਜਿਹੜੀ ਹੈਗੀ ਡਿਊਟੀ ਲੱਗੀ ਹੈ। ਪਰ ਦੂਜੇ ਜੇ ਆਪਾਂ ਸਟੇਟਾਂ ਦੀ ਗੱਲ ਕਰ ਲਈਏ, ਮੈਨੂੰ ਨਹੀਂ ਲੱਗਦਾ ਵੀ ਉੱਥੋਂ ਦੇ ਵੀ ਜਿਹੜੇ ਲੋਕਾਂ ਨੂੰ ਜਾਗਰੂਕਤਾ ਨਾ ਹੋਊਗੀ ਇਸ ਬਿੱਲਾਂ ਬਾਰੇ, ਵੀ ਕਿਉਂਕਿ ਅੱਜ ਇਹ ਪੂਰੀ ਦੁਨੀਆ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਜਿਹੜਾ ਹੈਗਾ ਵਾ ਕਿਸਾਨ ਅੰਦੋਲਨ ਦੇਖਣ ਨੂੰ ਮਿਲ ਰਿਹਾ ਹੈਗਾ ਵਾ ਵੀ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਦਿੱਲੀ ਦੇ ਵਿੱਚ ਕਿਸਾਨ ਕਿਸ ਤਰ੍ਹਾਂ ਡਟੇ ਹੋਏ ਆ। ਵਿਦੇਸ਼ਾਂ ਦੀ ਗੱਲ ਕਰ ਲਈਏ, ਉੱਥੇ ਵੀ ਸਾਰਿਆਂ ਨੂੰ ਪਤਾ ਹੈਗਾ ਵਾ, ਉੱਥੋਂ ਦੇ ਪੰਜਾਬੀਆਂ ਨੂੰ ਤਾਂ ਪਤਾ ਹੀ ਪਤਾ, ਉੱਥੋਂ ਦੇ ਪ੍ਰਧਾਨ ਮੰਤਰੀਆਂ ਨੂੰ ਵੀ ਪਤਾ ਹੈਗਾ ਵਾ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਕਿਸ ਤਰ੍ਹਾਂ ਕਿਸਾਨ ਆਪਦੇ ਹੱਕਾਂ ਲਈ ਅੰਦੋਲਨ ਕਰ ਰਹੇ ਹੈਗੇ ਆ। ਸੋ ਆਪਾਂ ਜਾਗਰੂਕਤਾ ਦੀ ਜੇ ਗੱਲ ਕਰੀਏ, ਜਾਗਰੂਕਤਾ ਰੈਲੀ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਾਗਰੂਕ ਕਰ ਰਹੇ ਜਾਂ ਉਹਨਾਂ ਨੂੰ ਇੱਕ ਵਾਰੀ ਨਾਲ ਜੋੜ ਕੇ ਫਿਰ ਉਹਨਾਂ ਨੂੰ ਇਹੀ ਕਹਿ ਰਹੇ ਹੈਗੇ ਆ ਵੀ ਤੁਸੀਂ ਆਪਦਾ ਜਿਹੜਾ ਹੈਗਾ ਵਾ ਦਿੱਲੀ ਪਹੁੰਚਣਾ ਹੈਗਾ ਵਾ, ਕਿਵੇਂ ਜਾਣਾ, ਕਿਸ ਤਰ੍ਹਾਂ ਰਣਨੀਤੀ ਤਿਆਰ ਕਰਨੀ ਹੈ, ਕਿੰਨੇ ਦਿਨ ਉੱਤੇ ਰਹਿਣਾ, ਕਿਵੇਂ ਡਿਊਟੀਆਂ ਹੈਗੀਆਂ, ਉਸ ਬਾਰੇ ਵੀ ਜਿਹੜਾ ਹੈਗਾ ਵਾ ਦੱਸਿਆ ਜਾ ਰਿਹਾ ਹੈਗਾ ਵਾ। ਕਿਉਂਕਿ ਮਤੇ ਪੈ ਚੁੱਕੇ ਹੈਗੇ ਆ, ਹੁਣ ਕਿਸਾਨਾਂ ਨੂੰ ਹੈਗੀ ਆ ਕੋਈ ਇਸ ਤਰ੍ਹਾਂ ਦੀ ਗੱਲ ਇੱਕ ਦੂਜੇ ਨੂੰ ਦੱਸਣ ਵਾਲੀ ਨਹੀਂ ਹੈਗੀ ਵੀ ਆਪਣੇ ਬਿੱਲਾਂ ਦਾ ਕੀ ਨੁਕਸਾਨ ਹੈਗਾ, ਕੀ ਹੈਗੇ ਆ, ਕਿਉਂ ਕਿਸਾਨ ਅੰਦੋਲਨ ਕਰ ਰਹੇ ਹੈਗੇ ਆ। ਅਜਿਹੀ ਗੱਲ ਕਿਸੇ ਪਾਸੇ ਕੋਈ ਦੇਖਣ ਨਹੀਂ ਮਿਲ ਰਹੀ। ਜਿਸ ਤਰ੍ਹਾਂ ਹੁਣ ਇਹ ਜਨ ਅੰਦੋਲਨ ਬਣ ਚੁੱਕਿਆ ਤੇ ਕਿਸਾਨਾਂ ਤੋਂ ਇਲਾਵਾ ਜਿਹੜਾ ਹਰ ਵਰਗ ਹੈ ਜੋ ਵੀ ਖੇਤੀਬਾੜੀ ਤੇ ਸਿੱਧੇ ਜਾਂ ਸਿੱਧੇ ਤੌਰ ਤੇ ਨਿਰਭਰ ਕਰਦਾ, ਉਹ ਜਾਣ ਚੁੱਕਿਆ ਕਿ ਇਹਨਾਂ ਕਾਨੂੰਨਾਂ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਨੁਕਸਾਨ ਹੋਏਗਾ, ਜਿਸ ਦੇ ਚੱਲਦੇ ਉਹ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਨਜ਼ਰ ਆ ਰਹੇ ਨੇ ਹਰ ਵਰਗ ਦੇ ਲੋਕ। ਬਿਲਕੁਲ, ਹਰ ਵਰਗ ਦਾ ਜਿਹੜਾ ਹੈਗਾ ਵਾ ਲੋਕ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਵਾ, ਕਿਉਂਕਿ ਉਹਨਾਂ ਨੇ ਹੁਣ ਬਰੀਕੀ ਨਾਲ ਇਸ ਗੱਲ ਨੂੰ ਸਮਝਿਆ ਹੈਗਾ। ਜਦੋਂ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀਗਾ, ਉਦੋਂ ਆਮ ਲੋਕ ਜਿਹੜਾ ਹੈਗਾ ਵਾ ਇਸ ਵੱਲ ਧਿਆਨ ਨਹੀਂ ਦਿੰਦੇ ਸੀਗੇ। ਉਹਨਾਂ ਨੂੰ ਇਹੀ ਲੱਗਦਾ ਸੀਗਾ
ਵੀ ਜਿਵੇਂ ਪਹਿਲਾਂ ਧਰਨੇ ਰੋਸ ਪ੍ਰਦਰਸ਼ਨ ਹੁੰਦੇ ਰਹਿੰਦੇ ਹੈਗੇ ਆ, ਉਸੇ ਤਰ੍ਹਾਂ ਹੀ ਕਿਸਾਨਾਂ ਦਾ ਇੱਕ ਕੋਈ ਰੋਸ ਪ੍ਰਦਰਸ਼ਨ ਹੋ ਰਿਹਾ ਹੈਗਾ। ਪਰ ਇਹ ਰੋਸ ਪ੍ਰਦਰਸ਼ਨ ਇਸ ਕਦਰ ਤੱਕ ਜਦੋਂ ਵਧਣਾ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਆਮ ਲੋਕਾਂ ਨੇ ਵੀ ਜਾਣਨਾ ਸ਼ੁਰੂ ਕੀਤਾ ਵੀ ਅਖੀਰ ਵਿੱਚ ਕਿਸਾਨ ਜਿਹੜੇ ਕਹਿ ਰਹੇ ਆ 3 ਬਿੱਲ ਕੇਂਦਰ ਨੇ ਪਾਸ ਕੀਤੇ ਹੈਗੇ ਆ, ਅਖੀਰ ਇਹ 3 ਬਿੱਲਾਂ ਵਿੱਚ ਹੈ ਕੀ, ਇਹਨਾਂ ਨੂੰ ਕਿਉਂ ਇਹ ਕਹਿ ਰਹੇ ਹੈਗੇ ਵੀ ਪਾਸ ਨਾ ਕੀਤਾ ਜਾਵੇ, ਕਿਉਂ ਇਹ ਕਹਿ ਰਿਹਾ ਵੀ ਕੇਂਦਰ ਸਰਕਾਰ ਨੇ ਲਾਗੂ ਕਰਤੇ ਹੈ, ਵੀ ਸਾਡੀ ਇਹ ਮੰਗ ਨਹੀਂ ਹੈਗੀ। ਇਸ ਕਰਕੇ ਲੋਕਾਂ ਨੇ ਵੀ ਜਦੋਂ ਇਹ ਬਿੱਲਾਂ ਬਾਰੇ ਬਰੀਕੀ ਨਾਲ ਦੇਖਿਆ ਤੇ ਜਾਣਿਆ, ਔਰ ਕਿਸਾਨਾਂ ਨਾਲ, ਕਿਉਂਕਿ ਹਰ ਵਰਗ ਦਾ ਲੋਕ, ਕੋਈ ਵੀ ਦੁਕਾਨਦਾਰ ਹੈ, ਭਾਵੇਂ ਉਹ ਕਰਿਆਨੇ ਵਾਲਾ ਹੈਗਾ ਵਾ, ਭਾਵੇਂ ਕੋਈ ਦਵਾਈਆਂ ਵਾਲਾ ਹੈਗਾ ਵਾ, ਭਾਵੇਂ ਕੋਈ ਸਬਜ਼ੀ ਵਾਲਾ ਹੈਗਾ ਵਾ, ਭਾਵੇਂ ਕਿਸੇ ਵੀ ਕਿਸਮ ਦਾ ਦੁਕਾਨਦਾਰ ਹੈਗਾ ਵਾ, ਉਹਨਾਂ ਕੋਲ ਕਿਸਾਨਾਂ ਦੀ ਆਵਾਜਾਈ ਹੈਗੀ ਹੈ। ਕਿਉਂਕਿ ਪਿੰਡਾਂ ਦੇ ਵਿੱਚੋਂ ਕਿਸਾਨ ਜੇ ਸ਼ਹਿਰ ਚ ਆਉਣਾ, ਕੋਈ ਸਮਾਨ ਲੈਣ ਆਉਣਾ ਵਾ, ਹਰ ਇੱਕ ਦੁਕਾਨਦਾਰ ਦੇ ਕੋਲ ਉਹਨਾਂ ਦੀ ਆਵਾਜਾਈ ਕਿਸੇ ਨਾ ਕਿਸੇ ਨਾਲ ਹੈਗੀ ਹੈ। ਸੋ ਉਹਨਾਂ ਦੁਕਾਨਦਾਰਾਂ ਨਾਲ ਵੀ ਜਦੋਂ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਵੀ ਜੋ ਦੱਸਿਆ ਵੀ ਇਸ ਦਾ ਨੁਕਸਾਨ ਜਿਹੜਾ ਹੈਗਾ ਵਾ, ਅੱਜ ਕੇਂਦਰ ਸਰਕਾਰ ਬਿੱਲ ਪਾਸ ਕਰ ਦਿੰਦੀ ਹੈਗੀ ਹੈ, ਪਹਿਲਾਂ ਤਾਂ ਨੁਕਸਾਨ ਜਿਹੜਾ ਹੈਗਾ ਵਾ ਸਾਨੂੰ ਹੋਏਗਾ, ਉਸ ਤੋਂ ਬਾਅਦ ਆਉਣ ਵਾਲੇ ਜਿਹੜੇ ਭਵਿੱਖ ਵਿੱਚ ਇਹਨਾਂ ਦਾ ਨੁਕਸਾਨ ਜਿਹੜਾ ਹੈਗਾ ਵਾ ਹਰ ਵਰਗ ਨੂੰ ਪਹੁੰਚੇਗਾ। ਕਿਉਂਕਿ ਕਿਸਾਨ ਜਿਹੜਾ ਹੈਗਾ, ਖੇਤੀ ਦੀ ਫਸਲ ਜਿਹੜੀ ਹੈਗੀ ਹੈ, ਜ਼ਮੀਨ ਜਿਹੜੀ ਹੈਗੀ, ਜ਼ਮੀਨ ਦੇ ਵਿੱਚੋਂ ਅਨਾਜ ਨੂੰ ਪੈਦਾ ਕਰਨਾ ਉਹ ਕਿਸਾਨ ਹੀ ਕਰਦਾ ਹੈ। ਝੋਨਾ ਹੋਵੇ ਜਾਂ ਕਣਕ ਹੋਵੇ, ਚਾਵਲ ਹੋਣ, ਕੁਛ ਵੀ ਹੈਗਾ ਵਾ, ਖੇਤੀ ਦੇ ਵਿੱਚ ਕਿਸਾਨ ਜਿਹੜਾ ਅਨਾਜ ਬੋ ਕੇ ਉਹਦੀ ਕਟਾਈ ਕਰਦਾ, ਉਸ ਤੋਂ ਬਾਅਦ ਹੀ ਜਿਹੜਾ ਉਹ ਦੁਨੀਆ ਦੇ ਵਿੱਚ ਜਾ ਕੇ ਲੋਕਾਂ ਦਾ ਪੇਟ ਭਰਦਾ ਹੈਗਾ ਅਨਾਜ। ਸੋ ਉਹਨਾਂ ਨੇ ਜਦੋਂ ਇਸ ਗੱਲ ਨੂੰ ਸਮਝਿਆ, ਹੁਣ ਆਮ ਵਰਗ ਜਿਹੜਾ ਹੈਗਾ ਵਾ ਕਿਸਾਨਾਂ ਦੇ ਹੱਕ ਦੀ ਗੱਲ ਕਰ ਰਿਹਾ, ਉਹਨਾਂ ਦੇ ਵੱਲ ਦੀ ਬੋਲੀ ਬੋਲ ਰਿਹਾ, ਔਰ ਇਹੀ ਕਹਿ ਰਿਹਾ ਹੈਗਾ ਵਾ ਭਾਵੇਂ ਜ਼ਿਆਦਾਤਰ ਵਰਗ ਦੇ ਲੋਕ ਜਿਹੜੇ ਹੈਗੇ ਅੰਦੋਲਨ ਦੇ ਵਿੱਚ ਸ਼ਾਮਲ ਨਹੀਂ ਹੋ ਸਕਦੇ, ਪਰ ਜਦੋਂ ਲੋਕਲ ਪੱਧਰ ਤੇ, ਜ਼ਿਲ੍ਹਾ ਪੱਧਰ ਤੇ, ਸ਼ਹਿਰੀ ਪੱਧਰ ਤੇ, ਬਲਾਕ ਪੱਧਰ ਤੇ ਕੋਈ ਵੀ ਪ੍ਰੋਗਰਾਮ ਹੁੰਦਾ ਵਾ, ਉਸ ਦੇ ਵਿੱਚ ਹਰ ਵਰਗ ਦੇ 2, 4, 5, 10% ਲੋਕ ਦੇਖਣ ਨੂੰ ਜ਼ਰੂਰ ਮਿਲਦੇ ਹੈਗੇ ਆ ਵੀ ਕਿਸਾਨ ਜਿਹੜੇ ਆਪਦੀ ਲੜਾਈ ਲੜ ਰਹੇ ਹੈਗੇ ਆ, ਸਾਨੂੰ ਵੀ ਇਹਨਾਂ ਦਾ ਸਾਥ ਦੇਣਾ ਚਾਹੀਦਾ। ਅੱਜ ਉਹ ਭਾਵੇਂ ਦੁਕਾਨਦਾਰ ਹੈਗੇ ਆ, ਦਿੱਲੀ ਤਾਂ ਭਾਵੇਂ ਨਹੀਂ ਪਹੁੰਚ ਸਕਦੇ, ਜਾਂ ਨੇੜੇ ਤੇੜੇ ਦੇ ਕੋਈ ਦੁਕਾਨਦਾਰ ਉੱਥੇ ਭਾਵੇਂ ਪਹੁੰਚ ਵੀ ਜਾਂਦੇ ਹੋਣ, ਪਰ ਉਹਨਾਂ ਦਾ ਮਨ ਜਿਹੜਾ ਹੈਗਾ ਵਾ ਹੁਣ ਕਿਸਾਨਾਂ ਵੱਲ ਵੀ ਹੈਗਾ ਵਾ ਵੀ ਇਸ ਜਿਹੜੇ ਕਿਸਾਨਾਂ ਦੀ ਮੰਗ ਹੈਗੀ ਹੈ ਬਿਲਕੁਲ ਜਾਇਜ਼ ਹੈਗੀ ਹੈ। ਕੇਂਦਰ ਦੀ ਸਰਕਾਰ ਨੂੰ ਇਹਨਾਂ ਬਿੱਲਾਂ ਨੂੰ ਜਿਹੜਾ ਹੈਗਾ ਰੱਦ ਕਰਨਾ ਚਾਹੀਦਾ ਹੈਗਾ। ਜਿੰਨਾ ਚਿਰ ਕਿਸਾਨਾਂ ਦੀ ਕੋਈ ਮੰਗ ਹੀ ਨਹੀਂ ਹੈਗੀ, ਬਿਨਾਂ ਮੰਗ ਤੋਂ ਜਿਹੜਾ ਹੈਗਾ ਵਾ ਇਹ ਬਿੱਲਾਂ ਨੂੰ ਪਾਸ ਕਰਨਾ ਕਿਸਾਨਾਂ ਦੇ ਉੱਤੇ ਜਿਹੜਾ ਹੈਗਾ ਵਾ ਇੱਕ ਦਬਾਅ ਬਣਾਉਣ ਵਾਲੀ ਗੱਲ ਹੈ। ਤੇ ਕੁੱਲ ਮਿਲਾ ਕੇ ਸੂਰਜ, ਜਿਸ ਤਰ੍ਹਾਂ ਕੇਂਦਰ ਆਪਣੇ ਸਟੈਂਡ ਤੇ ਕਾਇਮ ਹੈ ਤੇ ਦੂਜੇ ਪਾਸੇ ਕਿਸਾਨ ਆਪਣੇ ਸਟੈਂਡ ਤੇ ਕਾਇਮ ਨੇ, ਤੇ ਹੁਣ ਲੱਗਦਾ ਹੈ ਕਿ ਜਿਹੜਾ ਅੰਦੋਲਨ ਹੈ ਇਹ ਲੰਬਾ ਚੱਲੇਗਾ। ਦੇਖੋ, ਲੰਬਾ ਤਾਂ ਚੱਲ ਹੀ ਰਿਹਾ ਅੰਦੋਲਨ ਇਹ, ਕਿਉਂਕਿ ਕਿਸਾਨ ਜਿਹੜੇ ਹੈਗੇ ਇੱਕੋ ਗੱਲ ਨੂੰ ਲੱਗੇ ਹੋਏ ਆ ਵੀ ਅਸੀਂ ਇਹ ਬਿੱਲ ਰੱਦ ਕਰਵਾਉਣੇ ਆ, ਔਰ ਕੇਂਦਰ ਦੀ ਸਰਕਾਰ ਕਹਿ ਰਹੀ ਹੈਗੀ ਹੈ ਅਸੀਂ ਇਹ ਬਿੱਲਾਂ ਨੂੰ ਰੱਦ ਨਹੀਂ ਕਰਨਾ। ਸੋ ਇਹਦੇ ਨਤੀਜੇ ਹਜੇ ਕੁਝ ਵੀ ਨਹੀਂ ਕਹੇ ਜਾ ਸਕਦੇ। ਅੰਦੋਲਨ ਲੰਮਾ ਹੀ ਖਿੱਚਿਆ ਗਿਆ ਹੈ ਔਰ ਖਿੱਚਿਆ ਜਾ ਰਿਹਾ ਹੈਗਾ, ਕਿਉਂਕਿ ਆਪਦੀ ਉਹਦੀ ਮੰਗ ਨੂੰ ਲੈ ਕੇ ਜਿਹੜੇ ਉਹ ਕਹਿੰਦੇ ਅਸੀਂ ਰੱਦ ਕਰਵਾ ਕੇ ਰੱਖਾਂਗੇ, ਉਹ ਕਹਿੰਦੇ ਅਸੀਂ ਬਿੱਲਾਂ ਨੂੰ ਰੱਦ ਕੇਂਦਰ ਸਰਕਾਰ ਕਹਿੰਦੀ ਹੈ ਨਹੀਂ ਕਰਨਾ। ਸੋ ਇਹ ਅੰਦੋਲਨ ਲੰਮਾ ਖਿੱਚੇਗਾ, ਔਰ ਮਹੀਨੇ ਤੇ ਜਿਹੜਾ ਹੈਗਾ ਵਾ ਅਗਲੇ ਮਹੀਨੇ ਅਪ੍ਰੈਲ ਦੇ ਵਿੱਚ ਕਣਕ ਦੀ ਵਾਢੀ ਵੀ ਸ਼ੁਰੂ ਹੋ ਜਾਣੀ ਹੈਗੀ ਹੈ। ਪਰ ਕਿਸਾਨਾਂ ਨੇ ਇਹੀ ਕਿਹਾ ਹੈਗਾ ਵਾ, ਕਿਸਾਨ ਵੀ ਕਣਕ ਦੀ ਫਸਲ ਭਾਵੇਂ ਸਿਰ ਤੇ ਆ ਚੁੱਕੀ ਹੈ, ਪਰ ਸਾਡੇ ਘਰ ਦਾ ਇੱਕ ਇੱਕ ਬੰਦਾ, ਜਿਵੇਂ ਜਿਵੇਂ ਸਾਡੀ ਡਿਊਟੀ ਵੰਡੀ ਹੋਈ ਹੈਗੀ ਹੈ, ਅਸੀਂ ਬਾਰਡਰਾਂ ਵੱਲ ਜ਼ਰੂਰ ਜਾਵਾਂਗੇ। ਜਿਵੇਂ ਜਿਵੇਂ ਕਿਸਾਨ ਆਗੂ ਉਹਨਾਂ ਦੀ ਡਿਊਟੀਆਂ ਲਗਾਉਣਗੇ, ਅਸੀਂ ਉੱਥੇ ਡਿਊਟੀਆਂ ਤੇ ਪਹੁੰਚਾਂਗੇ। ਇੱਕ ਇੱਕ ਘਰ ਦਾ ਸਦੱਸਿਆ ਜਿਹੜਾ ਹੈਗਾ ਵਾ ਉਸ ਅੰਦੋਲਨ ਦੇ ਵਿੱਚ ਸਹਿਯੋਗ ਦੇਵੇਗਾ। ਉਹਨਾਂ ਦੇ ਘਰ ਦੀਆਂ ਮਹਿਲਾਵਾਂ ਔਰ ਜਿਹੜੇ ਨੌਜਵਾਨ ਹੈਗੇ ਆ ਉਹ ਵੀ ਇਸ ਅੰਦੋਲਨ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੇ ਆ, ਕਿਉਂਕਿ ਲੋਕਲ ਪੱਧਰ ਤੇ, ਜ਼ਿਲ੍ਹਾ ਪੱਧਰ ਤੇ, ਤਹਿਸੀਲ ਪੱਧਰ ਤੇ ਜਦੋਂ ਵੀ ਕੋਈ ਧਰਨਾ ਜਾਂ ਰੋਸ ਪ੍ਰਦਰਸ਼ਨ ਜਾਂ ਇਹਨਾਂ ਵੱਲੋਂ ਇਕੱਠ ਕੀਤਾ ਜਾਂਦਾ ਹੈ, ਉਸ ਅੰਦੋਲਨ ਦੇ ਵਿੱਚ ਵੀ ਜਿਹੜਾ ਹੈਗਾ ਵਾ ਦੁੱਧ, ਪਾਣੀ, ਚਾਹ ਦੀ, ਖਾਣੇ ਦੀ, ਕਿਸੇ ਚੀਜ਼ ਦੀ, ਲੰਗਰ ਦੀ ਵਿਵਸਥਾ ਦੀ ਕੋਈ ਕਮੀ ਨਜ਼ਰ ਨਹੀਂ ਆਉਂਦੀ। ਔਰ ਵੱਧ ਚੜ ਕੇ ਕਿਸਾਨ ਮਹਿਲਾਵਾਂ ਜਿਹੜੀਆਂ ਹੈਗੀਆਂ ਵਾ ਆਪਣੇ ਘਰੋਂ ਰਾਸ਼ਨ ਪਾਣੀ ਲੈ ਕੇ ਸਾਰਾ ਉੱਥੇ ਪਹੁੰਚਦੀਆਂ ਹੈਗੀਆਂ। ਔਰ ਇਹੀ ਚੀਜ਼ਾਂ ਨੂੰ ਦੇਖਣ ਤੋਂ ਪਤਾ ਲੱਗਦਾ ਹੈਗਾ ਵਾ ਕਿ ਅੰਦੋਲਨ ਬੜਾ ਮਜ਼ਬੂਤ ਹੈਗਾ ਵਾ, ਔਰ ਇਹ ਜਿਹੜਾ ਅੰਦੋਲਨ ਇਹ ਕਿਸਾਨਾਂ ਵਾਲਾ ਰੋਕਣ ਵਾਲਾ ਨਹੀਂ ਹੈਗਾ, ਇਹ ਲੰਮਾ ਹੀ ਚੱਲੇਗਾ। ਦੱਸ ਦਈਏ ਕਿ ਦਿੱਲੀ ਦੇ ਵੱਖ-ਵੱਖ ਬਾਰਡਰਾਂ ਤੇ ਕਿਸਾਨੀ ਅੰਦੋਲਨ ਨੂੰ ਕਰੀਬ 3.5 ਮਹੀਨੇ ਦਾ ਸਮਾਂ ਹੋ ਚੁੱਕਿਆ ਹੈ, ਪਰ ਬਾਵਜੂਦ ਇਸ ਦੇ ਕਿਸਾਨਾਂ ਤੇ ਕੇਂਦਰ ਵਿਚਾਲੇ 3 ਖੇਤੀ ਕਾਨੂੰਨਾਂ ਨੂੰ ਲੈ ਕੇ ਰਿੜਕਾ ਬਰਕਰਾਰ ਹੈ। ਕਿਸਾਨ 3 ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਚਾਹੁੰਦੇ ਨੇ, ਪਰ ਦੂਜੇ ਪਾਸੇ ਕੇਂਦਰ ਸਰਕਾਰ ਇਹਨਾਂ ਦੇ ਵਿੱਚ ਅਮੈਂਡਮੈਂਟ ਦੀ ਗੱਲ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋ ਦੱਸ ਦਈਏ ਕਿ 3 ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਕੇਂਦਰ ਤੇ ਕਿਸਾਨਾਂ ਵਿਚਾਲੇ ਰਿੜਕਾ ਬਰਕਰਾਰ ਹੈ, ਤੇ ਉੱਥੇ ਹੀ ਹੁਣ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮਹਾਂ ਪੰਚਾਇਤਾਂ ਨੇ ਜਿਹੜੀਆਂ ਉਹ ਪੱਛਮੀ ਬੰਗਾਲ 'ਚ ਕੀਤੀਆਂ ਜਾ ਰਹੀਆਂ ਨੇ, ਕਿਉਂਕਿ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਹੜੇ ਕਿਸਾਨ ਹੈ, ਕਿਸਾਨਾਂ ਦਾ ਅੰਦੋਲਨ ਵੀ ਲਗਾਤਾਰ ਸਰਗਰਮ ਦਿਖਾਈ ਦੇ ਰਿਹਾ ਹੈ। ਤੇ ਜਿੱਥੇ ਵਿਧਾਨ ਸਭਾ
ਚੋਣਾਂ ਦੇ ਦੌਰਾਨ ਪੰਜ ਰਾਜਾਂ ਦੇ ਵਿੱਚ ਲਗਾਤਾਰ ਰਾਜਨੀਤੀ ਵੀ ਗਰਮਾਈ ਹੋਈ ਹੈ ਤੇ ਉੱਥੇ ਹੀ ਹੁਣ ਕਿਸਾਨੀ ਅੰਦੋਲਨ ਵੀ ਉਹਨਾਂ ਰਾਜਾਂ ਦੇ ਵਿੱਚ ਗਰਮਾਉਂਦਾ ਹੋਇਆ ਨਜ਼ਰ ਆ ਰਿਹਾ, ਕਿਉਂਕਿ ਪੱਛਮੀ ਬੰਗਾਲ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਹੁੰਚ ਚੁੱਕੇ ਨੇ ਤੇ ਲਗਾਤਾਰ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਭਾਜਪਾ ਉਮੀਦਵਾਰਾਂ ਨੂੰ ਵੋਟ ਨਾ ਪਾਉਣ ਅਤੇ ਤਿੰਨ ਖੇਤੀ ਕਾਨੂੰਨਾਂ ਦੇ ਬਾਰੇ ਵੀ ਉਹਨਾਂ ਨੂੰ ਜਾਗਰੂਕ ਕਰਨ ਦਾ ਕੰਮ ਸੰਯੁਕਤ ਕਿਸਾਨ ਮੋਰਚਾ ਹੁਣ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਸੋ ਉੱਥੇ ਹੀ ਕਿਸਾਨ ਨੇ ਜਿਹੜੇ ਉਹ ਲਗਾਤਾਰ ਇਸ ਸੰਘਰਸ਼ ਦੇ ਵਿੱਚ ਲੜਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਅੰਦੋਲਨ ਨੂੰ ਲਗਾਤਾਰ ਅੱਗੇ ਵਧਾਉਣ ਦੀ ਗੱਲ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ। ਪਰ ਕੇਂਦਰ ਹੈ ਜਿਹੜੀ ਉਹ ਆਪਣੇ ਫੈਸਲੇ ਤੇ ਲਗਾਤਾਰ ਬਰਕਰਾਰ ਹੈ ਕਿ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਤੇ ਅਸੀਂ ਅਮੈਂਡਮੈਂਟ ਦੇ ਲਈ ਤਿਆਰ ਹਾਂ। ਪਰ ਉੱਥੇ ਹੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਲਗਾਤਾਰ ਵੱਡੇ ਪੱਧਰ ਤੇ ਰਣਨੀਤੀਆਂ ਬਣਾਈਆਂ ਗਈਆਂ ਨੇ, ਜਿੱਥੇ ਵਿਧਾਨ ਸਭਾ ਚੋਣਾਂ